ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਪੇਸ਼ ਨੇ ਚੋਣਵੀਆਂ ਖਬਰਾਂ। ਵੱਡੀ ਤਾਕਤ ਬਣੇਗਾ ਭਾਰਤ, ਅਮਰੀਕਾ। ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵਾਲੇ ਬਿੱਲ ਪਾਸ ਕਰਾਉਣ ਲਈ ਕੇਂਦਰ ਦੇ ਦਖਲ ਦੀ ਮੰਗ। ਪੇਂਡੂ ਤੇ ਮੰਡੀ ਵਿਕਾਸ ਫੰਡਾਂ ਦੇ ਬਕਾਏ ਜਾਰੀ ਕਰਨ ਦੀ ਮੰਗ। ਜਲੰਧਰ ਵਿੱਚ ਪ੍ਰਸ਼ਾਸਨ ਨੇ 35 ਮਕਾਨ ਤੋੜੇ, ਬੇਘਰ ਬਜ਼ੁਰਗ, ਹੱਸਦੀ ਪੁਲਿਸ। ਪੰਜਾਬ ਵਿੱਚ ਵਿਗੜੀ ਕਾਨੂੰਨ ਵਿਵਸਥਾ। ਤਰਨਤਾਰਨ ਦੇ ਪੁਲਿਸ ਥਾਣੇ ਤੇ ਹੋਏ ਲਾਂਚਰ ਰਾਕਟ ਹਮਲੇ ਤੇ ਵੱਡਾ ਖੁਲਾਸਾ। ਗੁਜਰਾਤ ਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਸਿਆਣੇ ਨਿਕਲੇ। ਬੰਦੀ ਸਿੰਘਾਂ ਨੂੰ ਰਿਹਾ ਕਰੋ, ਤਖਤੀਆਂ ਫੜ ਕੇ ਸੰਸਦ ਦੇ ਬਾਹਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਭਾਰਤ ਇੱਕ ਆਜ਼ਾਦ ਤਾਕਤਵਰ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਤੇ ਇਹ ਇੱਕ ਹੋਰ ਵੱਡੀ ਤਾਕਤ ਬਣੇਗਾ। ਵਾਈਟ ਹਾਊਸ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਦਾ ਸਿਰਫ ਭਾਈਵਾਲ ਨਹੀਂ ਹੋਵੇਗਾ, ਬਲਕਿ ਇੱਕ ਵੱਖਰੀ ਵੱਡੀ ਤਾਕਤ ਵਜੋਂ ਉਭਰੇਗਾ। ਦੋਵਾਂ ਮੁਲਕਾਂ ਦੇ ਸਬੰਧ ਪਿਛਲੇ 20 ਸਾਲਾਂ ਵਿੱਚ ਤੇਜ਼ੀ ਨਾਲ ਮਜ਼ਬੂਤ ਤੇ ਗਹਿਰੇ ਹੋਏ ਨੇ। ਭਾਰਤ ਵਿਚਲੇ ਅਮਰੀਕੀ ਮਿਸ਼ਨਾਂ ਵਿੱਚ ਵੀਜ਼ਾ ਇੰਟਰਵਿਊ ਦੀ ਉਡੀਕ 1000 ਦਿਨਾਂ ਨੂੰ ਟੱਪਣ ਦਰਮਿਆਨ ਵਾਈਟ ਹਾਊਸ ਨੇ ਦਾਅਵਾ ਕੀਤਾ ਕਿ ਬਾਈਡਨ ਪ੍ਰਸ਼ਾਸਨ ਭਾਰਤ ਵਿੱਚ ਵੀਜ਼ੇ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਤੋਂ ਜਾਣੂ ਹੈ ਤੇ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਕਾਬਿਲੇ ਗੌਰ ਹੈ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਸਣੇ ਏਸ਼ੀਆਈ ਮੁਲਕਾਂ ਤੇ ਪ੍ਰਸ਼ਾਂਤ ਟਾਪੂਆਂ ਅਤੇ ਹੋਰਨਾਂ ਮੁਲਕਾਂ ਵਿਚਲੀਆਂ ਅਮਰੀਕੀ ਐਮਬੈਸੀਆਂ ਵੱਲੋਂ ਗੈਰ ਪ੍ਰਵਾਸੀ ਵੀਜ਼ੇ, ਵਿਜ਼ਿਟਰ ਵੀਜ਼ਾ B1, B2, ਵਿਦਿਆਰਥੀ ਵੀਜ਼ਾ F1, F2 ਅਤੇ ਆਰਜ਼ੀ ਵਰਕਰ ਵੀਜ਼ਾ HLOPQ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਨ੍ਹਾਂ ਅੰਬੈਸੀਆਂ ਵਿੱਚ ਅਰਜ਼ੀਆਂ ਦਾ ਅਸਾਧਾਰਣ ਬੈਕਲੌਗ ਹੈ। ਭਾਰਤ ਦੀ ਗੱਲ ਕਰੀਏ ਤਾਂ ਵੀਜ਼ਾ ਅਰਜ਼ੀਆਂ ਬਾਰੇ ਫੈਸਲੇ ਲਈ 1000 ਤੋਂ ਵੱਧ ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ ਪੀਅਰੇ ਨੇ ਪੱਤਰਕਾਰਾਂ ਨੂੰ ਦੱਸਿਆ, ਮਹਾਮਾਰੀ ਤੇ ਸਟਾਫ ਦੀ ਕਮੀ ਜਿਹੀਆਂ ਚੁਣੌਤੀਆਂ ਕਰਕੇ ਕੁਝ ਦੇਰੀ ਹੋਈ ਹੈ ਤੇ ਅਸੀਂ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਵੀਜ਼ਾ ਇੰਟਰਵਿਊ ਦੀ ਉਡੀਕ ਲਈ ਲੱਗਦੇ ਸਮੇਂ ਨੂੰ ਸਫਲਤਾਪੂਰਵਕ ਘਟਾ ਰਹੇ ਹਾਂ। ਅਸੀਂ ਇਸ ਅਹਿਮ ਕੰਮ ਲਈ ਅਮਰੀਕੀ ਵਿਦੇਸ਼ ਸੇਵਾ ਦੇ ਅਮਲੇ ਨੂੰ ਦੁੱਗਣਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹਨਾਂ ਬੇਅਦਬੀ ਦੇ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵਾਲੇ ਰਾਜ ਦੇ 2 ਮਹੱਤਵਪੂਰਨ ਬਕਾਇਆ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕੰਡਿਆਲੀ ਤਾਰ ਕਰਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ, ਡਰੋਨ ਰਾਹੀਂ ਹੁੰਦੀ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਅਤੇ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਜਿਹੇ ਮੁੱਦਿਆਂ ਤੇ ਚਰਚਾ ਕੀਤੀ। ਦਿੱਲੀ ਦੀ ਆਪਣੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਵਣਜ ਤੇ ਸਨਅਤ ਮੰਤਰੀ ਪੀਯੂਸ਼ ਗੋਇਲ ਨੂੰ ਵੀ ਮਿਲੇ। ਉਹਨਾਂ ਪੇਂਡੂ ਵਿਕਾਸ ਫੰਡ RDF ਅਤੇ ਮੰਡੀ ਵਿਕਾਸ ਫੰਡ MDF ਦੇ ਬਕਾਇਆ ਪਏ 3095 ਕਰੋੜ ਰੁਪਏ ਫੌਰੀ ਜਾਰੀ ਕਰਨ ਲਈ ਦਖਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ, ਕੇਂਦਰ ਸਰਕਾਰ ਨੇ ਅਜੇ ਤੱਕ ਸਾਉਣੀ ਖਰੀਦ ਸੀਜ਼ਨ 2021-22, ਹਾੜੀ ਖਰੀਦ ਸੀਜ਼ਨ 2022-23, ਸਾਉਣੀ ਖਰੀਦ ਸੀਜ਼ਨ 2022-23 ਦੇ RDF ਦੇ 2880 ਕਰੋੜ ਰੁਪਏ ਅਤੇ MDF ਦੇ 215 ਕਰੋੜ ਰੁਪਏ ਜਾਰੀ ਨਹੀਂ ਕੀਤੇ। ਉਹਨਾਂ ਅਫਸੋਸ ਜ਼ਾਹਿਰ ਕੀਤਾ ਕਿ ਇਹ ਫੰਡ ਜਾਰੀ ਨਾ ਹੋਣ ਕਾਰਨ ਸੂਬੇ ਵਿਸ਼ੇਸ਼ ਤੌਰ ਉੱਤੇ ਪੇਂਡੂ ਇਲਾਕਿਆਂ ਦੇ ਵਿਕਾਸ ਉੱਤੇ ਮਾੜਾ ਅਸਰ ਪੈ ਰਿਹਾ ਹੈ। ਜਲੰਧਰ ਵਿੱਚ ਪ੍ਰਸ਼ਾਸਨ ਨੇ 35 ਘਰਾਂ ਨੂੰ ਢਾਹ ਦਿੱਤਾ। ਦਲੀਲ ਇਹ ਹੈ ਕਿ ਗੈਰ ਕਾਨੂੰਨੀ ਸਨ। ਇਨ੍ਹਾਂ ਘਰਾਂ ਵਿੱਚ ਲੋਕ 60 ਸਾਲਾਂ ਤੋਂ ਵੱਧ ਸਮੇਂ ਤੋਂ ਰਹਿੰਦੇ ਸਨ। ਹੁਣ ਕੜਾਕੇ ਦੀ ਠੰਡ ਵਿੱਚ ਲੋਕ ਬੇਘਰ ਹੋ ਗਏ ਨੇ। ਬੱਚਿਆਂ ਅਤੇ ਬਜ਼ੁਰਗਾਂ ਦੇ ਸਿਰਾਂ ਤੋਂ ਛੱਤ ਖੋਹ ਲਈ ਗਈ ਹੈ। ਪ੍ਰਸ਼ਾਸਨ ਦੀ ਕਾਰਵਾਈ ਦੌਰਾਨ ਇੱਕ ਤਸਵੀਰ ਕਾਫੀ ਚਰਚਾ ਵਿੱਚ ਹੈ। ਇੱਕ ਬੇਸਹਾਰਾ ਅਤੇ ਬੇਘਰ ਬਜ਼ੁਰਗ ਆਪਣੇ ਕੱਪੜੇ ਲੈ ਕੇ ਲੰਘ ਰਿਹਾ ਹੈ। ਉਸ ਦੇ ਬਿਲਕੁਲ ਸਾਹਮਣੇ ਖੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੱਸਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ ਨੇ। ਜਦੋਂ ਇਹਨਾਂ ਪਰਿਵਾਰਾਂ ਦੇ ਘਰ ਢਾਏ ਜਾ ਰਹੇ ਸਨ ਤਾਂ ਉਹਨਾਂ ਨੇ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਉਹਨਾਂ ਦੇ ਘਰ ਢਾਉਣ ਤੋਂ ਰੋਕਣ ਲਈ ਮਿਹਨਤਾਂ ਕੀਤੀਆਂ, ਪਰ ਸਭ ਕੁਝ ਬੇਕਾਰ ਗਿਆ। ਆਪਣੇ ਖੰਡਰ ਹੋਏ ਘਰਾਂ ਨੂੰ ਦੇਖ ਕੇ ਲੋਕਾਂ ਦਾ ਦਰਦ ਮੀਡੀਆ ਦੇ ਸਾਹਮਣੇ ਝਲਕ ਗਿਆ। ਮੀਡੀਆ ਅੱਗੇ ਆਪਣੇ ਦਿਲ ਦੀ ਗੱਲ ਕੱਢਦਿਆਂ ਔਰਤਾਂ ਨੇ ਕਿਹਾ ਕਿ ਸਾਨੂੰ ਬੇਘਰ ਕਰ ਦਿੱਤਾ ਹੈ, ਪਰ ਅਸੀਂ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਜਵਾਨ ਧੀਆਂ ਨੂੰ ਲੈ ਕੇ ਕਿੱਥੇ ਜਾਈਏ। ਇਸ ਠੰਡ ਦੇ ਮੌਸਮ ਵਿੱਚ ਹੁਣ ਤਾਂ ਇਹਨਾਂ ਨੇ ਸਾਡੇ ਸਿਰਾਂ ਦੀ ਛੱਤ ਵੀ ਖੋਹ ਲਈ ਹੈ।
ਇਸ ਉਮਰ ਵਿੱਚ ਸਾਨੂੰ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਾਂ ਘਰ ਲਈ ਕਿਸ਼ਤਾਂ ਅਦਾ ਕਰਨੀਆਂ ਚਾਹੀਦੀਆਂ ਨੇ। ਇਸ ਦੌਰਾਨ ਇੱਕ ਔਰਤ ਭੁੱਪਾ ਮਾਰ ਕੇ ਰੋ ਰਹੀ ਸੀ, ਜਦਕਿ ਉਸ ਦੀ ਛੋਟੀ ਬੱਚੀ ਖੁਦ ਤਾਂ ਰੋ ਰਹੀ ਸੀ ਪਰ ਆਪਣੀ ਮਾਂ ਨੂੰ ਚੁੱਪ ਕਰਵਾ ਰਹੀ ਸੀ। ਉਹ ਮਾਂ ਨੂੰ ਕਹਿ ਰਹੀ ਸੀ ਕਿ ਕੋਈ ਗੱਲ ਨਹੀਂ ਮਾਂ, ਤੂੰ ਚੁੱਪ ਕਰ ਜਾ। ਇਹ ਨਜ਼ਾਰਾ ਦੇਖ ਕਰ ਹਰ ਕੋਈ ਭਾਵੁਕ ਹੋ ਗਿਆ। ਇਸ ਦੌਰਾਨ ਇੱਕ ਨੌਜਵਾਨ ਰੋਂਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਕਰਦਾ ਰਿਹਾ ਕਿ ਉਸਨੇ ਬੜੀ ਮੁਸ਼ਕਿਲ ਨਾਲ ਪੈਸੇ ਜੋੜ ਕੇ ਮਕਾਨ ਬਣਾਇਆ ਸੀ, ਕਿਰਪਾ ਕਰਕੇ ਉਸ ਦਾ ਘਰ ਨਾ ਤੋੜੋ। ਇਸ ਦੌਰਾਨ ਇੱਕ ਔਰਤ ਆਪਣੇ ਘਰ ਦੀ ਛੱਤ ਤੇ ਖੜੀ ਉੱਚੀ ਰੋ ਰਹੀ ਸੀ। ਉਸਨੇ ਕਿਹਾ ਕਿ ਉਹ ਘਰ ਨਹੀਂ ਛੱਡੇਗੀ, ਸਿਰਫ ਉਸ ਦੀ ਲਾਸ਼ ਹੀ ਘਰ ਛੱਡੇਗੀ। ਇਸ ਤੋਂ ਬਾਅਦ ਮਹਿਲਾ ਪੁਲਿਸ ਨੇ ਉਕਤ ਔਰਤ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਅਤੇ ਬੁਲਡੋਜ਼ਰ ਚਲਾ ਦਿੱਤਾ। ਔਰਤਾਂ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਹੈ। ਅਸੀਂ ਕਹਿ ਰਹੇ ਹਾਂ ਕਿ ਜ਼ਮੀਨ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਜਾਵੇ। ਉਸ ਹੱਦਬੰਦੀ ਦੇ ਵਿਚਕਾਰ ਜੇ ਉਹਨਾਂ ਦੀ ਜਗ੍ਹਾ ਆ ਜਾਂਦੀ ਹੈ ਤਾਂ ਉਹ ਖੁਦ ਹੀ ਜਗ੍ਹਾ ਖਾਲੀ ਕਰ ਦਿੰਦੇ, ਪਰ ਪੁਲਿਸ ਅਤੇ ਪ੍ਰਸ਼ਾਸਨ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਅਤੇ ਧੱਕਾ ਦੇ ਕੇ ਉਹਨਾਂ ਦੇ ਮਕਾਨ ਢਾਹ ਦਿੱਤੇ ਗਏ। IPS ਅਧਿਕਾਰੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਮਹੀਨੇ ਵਿੱਚ DGP ਵਜੋਂ ਨਿਯੁਕਤ ਕੀਤਾ ਸੀ ਤਾਂ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਜਾ ਸਕੇ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ। DGP ਨਿਯੁਕਤ ਹੋਣ ਤੋਂ ਬਾਅਦ ਗੌਰਵ ਯਾਦਵ ਨੇ ਪੁਲਿਸ ਸੁਧਾਰਾਂ ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੁਲਿਸ ਫੋਰਸ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਖੁਦ SHO ਪੱਧਰ ਤੱਕ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਨੇ। ਪੰਜਾਬ ਪੁਲਿਸ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਸੂਬਾ ਪੁਲਿਸ ਜਲਦ ਹੀ ਆਪਣੇ ਮਨੋਰਥ ਵਿੱਚ ਕਾਮਯਾਬ ਹੋਵੇਗੀ। ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਤੇ ਬੀਤੀ ਰਾਤ ਹੋਏ RPG ਅਟੈਕ ਨੂੰ ਪੰਜਾਬ ਦੇ DGP ਗੌਰਵ ਯਾਦਵ ਨੇ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਮੌਕੇ ਤੇ ਪਹੁੰਚੇ DGP ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ DGP ਨੇ ਕਿਹਾ ਕਿ ਇਹ ਹਮਲਾ ਸ਼ੁੱਕਰਵਾਰ ਰਾਤ ਲਗਭਗ 11:22 ਤੇ ਹੋਇਆ। ਉਹਨਾਂ ਕਿਹਾ ਕਿ ਹਮਲੇ ਲਈ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਭੇਜੇ ਗਏ ਸਨ। ਪੁਲਿਸ ਨੇ UAPA ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। DGP ਨੇ ਕਿਹਾ ਕਿ ਸਾਡੇ ਵੱਲੋਂ ਟੈਕਨੀਕਲੀ ਅਤੇ ਫੋਰੈਂਸਿਕਲੀ ਜਾਂਚ ਕੀਤੀ ਜਾ ਰਹੀ ਹੈ। ਲਾਂਚਰ ਰੋਡ ਤੋਂ ਰਿਕਵਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਹੋਰ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਪਿਛਲੇ 1 ਮਹੀਨੇ ਦੌਰਾਨ ਹੀ ਵੱਡੇ ਪੱਧਰ ਤੇ ਹਥਿਆਰਾਂ ਦੀ ਰਿਕਵਰੀ ਕੀਤੀ ਹੈ, ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਪਾਕਿਸਤਾਨ ਬੁਖਲਾ ਗਿਆ ਹੈ। ਇਸ ਲਈ ਹੀ ਦੁਸ਼ਮਣ ਦੇਸ਼ ਵੱਲੋਂ ਕੋਝੀਆਂ ਕਾਰਵਾਈਆਂ ਤਹਿਤ ਰਾਤ ਸਮੇਂ ਕਾਇਰਾਨਾ ਢੰਗ ਨਾਲ ਅਜਿਹੇ ਹਮਲੇ ਕੀਤੇ ਜਾ ਰਹੇ ਨੇ। DGP ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਜੇਕਰ ਇਸ ਕਾਂਡ ਦੇ ਧਾਰ ਵਿਦੇਸ਼ਾਂ ਨਾਲ ਵੀ ਜੁੜੇ ਹੋਏ ਉਹਨਾਂ ਨੂੰ ਵੀ ਸਖਤ ਸਜ਼ਾ ਦਿੱਤੀ ਜਾਵੇਗੀ। ਹਰਸਿਮਰਤ ਬਾਦਲ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਦੇ ਹਵਾਲੇ ਨਾਲ ਟਿੱਪਣੀ ਕੀਤੀ ਕਿ ਦੋਵੇਂ ਰਾਜਾਂ ਦੇ ਵੋਟਰ ਪੰਜਾਬੀਆਂ ਤੋਂ ਸਿਆਣੇ ਨਿਕਲੇ ਜੋ ਬਦਲਾਅ ਲਿਆਉਣ ਦੇ ਲਾਰਿਆਂ ਅਤੇ ਗਰੰਟੀਆਂ ਦੇ ਝਾਂਸੇ ਵਿੱਚ ਨਹੀਂ ਫਸੇ। ਉਹਨਾਂ ਬਗੈਰ ਨਾਲਿਆਂ ਆਪ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਸਬਕ ਜ਼ਰੂਰ ਸਿਖਾਵਾਂਗੇ। ਉਹਨਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਤਰੱਕੀਆਂ ਕਰ ਰਿਹਾ ਸੀ ਪਰ ਹੁਣ ਸਭ ਕੰਮ ਰੁਕ ਚੁੱਕੇ ਨੇ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਂਗਸਟਰ ਦਾ ਰਾਜ ਚੱਲ ਰਿਹਾ ਤੇ ਗਲੀ ਵਿੱਚ ਨਸ਼ੇ ਵਿਕ ਰਹੇ ਨੇ। ਉਹਨਾਂ ਕਿਹਾ ਕਿ ਇੱਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਲੋਕਾਂ ਨੂੰ ਨਿਤ ਦਿਨ ਫਿਰੌਤੀਆਂ ਲਈ ਕਾਲਾਂ ਆ ਰਹੀਆਂ ਨੇ। ਉਹਨਾਂ ਆਖਿਆ ਕਿ ਪਿਛਲੇ 2 ਮਹੀਨਿਆਂ ਦੀਆਂ ਵਾਰਦਾਤਾਂ ਮਿਸਾਲ ਨੇ ਕਿ ਜਿਨ੍ਹਾਂ ਕੋਲ ਸੁਰੱਖਿਆ ਸੀ ਉਹਨਾਂ ਨੂੰ ਵੀ ਪੁਲਿਸ ਦੀ ਹਾਜ਼ਰੀ ਵਿੱਚ ਕਤਲ ਕਰ ਦਿੱਤਾ ਗਿਆ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਹਰ ਮਹੀਨੇ 1880 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਪਾਵਰਕਾਮ ਨੂੰ ਮੁਫਤ ਬਿਜਲੀ ਲਈ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਖਪਤਕਾਰ ਜ਼ੀਰੋ ਬਿੱਲ ਦੇਖ ਕੇ ਖੁਸ਼ ਹੋ ਰਹੇ ਨੇ ਪਰ ਸਰਕਾਰ ਹੁਣ ਤੱਕ ਸੂਬੇ ਦੇ ਸਿਰ 12000 ਕਰੋੜ ਦਾ ਕਰਜ਼ਾ ਚੜ ਚੁੱਕਾ ਹੈ। ਉਹਨਾਂ ਕਿਹਾ ਕਿ ਜੇ ਇਸੇ ਤਰ੍ਹਾਂ ਪੰਜਾਬ ਕਰਜ਼ੇ ਨਾਲ ਖੋਖਲਾ ਹੁੰਦਾ ਗਿਆ ਤਾਂ ਹੁਣ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਨੌਕਰੀਆਂ ਨਹੀਂ ਮਿਲਣਗੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਜਥੇਬੰਦੀਆਂ ਤੇ ਪੱਤਰਕਾਰਾਂ ਭਾਈਚਾਰਿਆਂ ਵਿਚਕਾਰ ਕੁਝ ਆਗੂਆਂ ਵੱਲੋਂ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਸੂਬਾਈ ਲੀਡਰਸ਼ਿਪ ਨੂੰ ਵੀ ਵਿੱਚ ਪੈ ਕੇ ਇਹ ਵਰਤਾਰਾ ਰੋਕਣ ਅਤੇ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਕਮੀਕਰ ਸਿੰਘ, ਠਾਕਰ ਸਿੰਘ, ਮਲਕੀਤ ਸਿੰਘ ਰਾਏਕੋਟ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਟੋਲ ਮੁਆਫੀ ਲਈ ਕੋਈ ਸ਼ਨਾਖਤੀ ਕਾਰਡ ਨਹੀਂ ਬਣਾਉਂਦੀ। ਜੇਕਰ ਕਿਸੇ ਵਰਕਰ ਕੋਲ ਜਥੇਬੰਦੀ ਦਾ ਕਾਰਡ ਮਿਲਦਾ ਹੈ ਤਾਂ ਉਸ ਖਿਲਾਫ ਜ਼ਾਬਤੇ ਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੈਂਬਰ ਅਜਿਹਾ ਕੋਈ ਪਛਾਣ ਪੱਥਰ ਦਿਖਾ ਕੇ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਟੋਲ ਪਲਾਜ਼ੇ ਵਾਲੇ ਉਸ ਦੀ ਲਾਜ਼ਮੀ ਪਰਚੀ ਕੱਟਣ। ਜ਼ਿਕਰਯੋਗ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡਾਂ ਦੀ ਟੋਲ ਪਲਾਜ਼ੇ ਤੇ ਮੁਆਫੀ ਲਈ ਹੋ ਰਹੀ ਵਰਤੋਂ ਸੰਬੰਧੀ ਖਬਰ ਛਪੀ ਸੀ। ਇਸ ਮਗਰੋਂ ਕੁਝ ਕਿਸਾਨ ਆਗੂਆਂ ਨੇ ਪੱਤਰਕਾਰ ਸੰਤੋਖ ਗਿੱਲ ਦਾ ਪੁਤਲਾ ਸਾੜਨ ਅਤੇ ਉਸ ਦੇ ਘਰ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ ਸੀ। ਇਸ ਸੰਬੰਧੀ BKU ਉਗਰਾਹਾਂ ਦੇ ਆਗੂਆਂ ਨੇ ਕੁਝ ਆਗੂਆਂ ਦੀ ਨਾਸਮਝੀ ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੇ
किसान अंदोलन विच सलाहयोग भूमिका निभाई। इस लई मिल बैठ के इस मसले का हल किया जाना चाहिए। उन्होंने कहा कि वड्डी गिणती किसानों की शहादत तो बाद प्राप्त हुई शानामती जित नूं जेकर कोई अपने स्वार्थ लई वरतदा है तां उस दा नोटिस लेना भी किसान जथेबंदियां दे आगुआं दा फर्ज बनदा है। संसद के सरद रुत सैशन का अज चौथा दिन है और मनुखी अधिकार दिवस भी है। इस दौरान श्रोमणी अकाली दल के प्रधान सुखबीर सिंह बादल पत्नी ते साबका केंद्रीय मंत्री हरसिमरत कौर बादल नाल संसद के बाहर पहुंचे और बंदी सिंघां की रिहाई की मंग की। सुखबीर बादल ते हरसिमरत बादल ने पार्लीमेंट के बाहर तख्ती फड़ी जिस ते लिखिया होया है कि मनुखी अधिकारों की उलंघना बंद करो और बंदी सिंघां नूं तुरंत रिहा करो। सुखबीर बादल ने ट्वीट किया जदों मनुखी अधिकारों के सिद्धांतों का प्रचार करते हुए बिल्किस बानो के बलात्कारी और साबका प्रधानमंत्री राजीव गांधी के कातलों को रिहा किया जा सकता है तो भारत सरकार साडे बंदी सिंघां लई बराबर की हमदर्दी क्यों नहीं दिखा सकती जेड़े जेलों में सड़ रहे हैं। अपने अगले ट्वीट में सुखबीर बादल ने लिखिया, अज जदों विश्व मनुखी अधिकार दिवस मना रहा है मैं प्रधानमंत्री नरेंद्र मोदी नूं भारत सरकार तो गुरु नानक देव जी के 550वें प्रकाश पुरब 2019 में उत्ते कीते गए अपने ऐलान नूं लागू करने की अपील करदा। उन्होंने अमल में लियाओ और बिना किसी देरी के उन्होंने रिहाई के हुक्म जारी करो, नहीं तो साडे लई यह दिन मनाउण दा कोई मतलब नहीं है। संसद के सरद रुत सैशन के तीजे दिन शुक्रवार को भारतीय जनता पार्टी के सांसद किरोड़ी लाल मीणा ने राज सभा में यूनीफॉर्म सिविल कोड ते खूब हंगामे तो बाद बिल पेश कर दिता। विरोधी धिर के मैंबरों ने इस बिल का विरोध किया और प्रस्तावित बिल ते वोटिंग की मंग की। बिल का प्रस्ताव देंदे ही राज सभा में विरोधी धिर ने इसका सख्त विरोध किया। विरोधी धिर के वतीरे को लैके चेयरमैन भी नाराज हो गए। चेयरमैन ने उठ के कहा कि मैंबरों को बिल पेश करने का अधिकार है, जे किसी भी मैंबर को इस तो परेशानी होंदी है तो उन्होंने इस ते अपनी राय देने का अधिकार है, पर इस तरह विरोध करने की कोई लोड़ नहीं। संसद मैंबरों को शांत करने तो बाद उन्होंने इस बिल ते अपनी राय देने लई कहा गया। तमिलनाडु तो MDM सांसद वाइको ने कहा कि यह सरकार देश को तबाह करन जा रही है। उन्होंने कहा कि यह बिल पेश ना किया जाए। इस तो बाद केरल तो IUML के सांसद मैंबर अब्दुल वहाब ने कहा कि यह बिल देश के हित विच नहीं और उन्होंने इस बिल को वापस लैण की मांग की। सपा सांसद राम गोपाल यादव ने कहा कि जे कोई चीज़ संविधान के हक विच है तो उसनू पास होने तो कोई नहीं रोक सकता, पर जे पक्ष विच नहीं तो इसनू रोकया जा सकता सी अते उन्होंने बिल वापस लेना चाहिए सी। उन्होंने कहा कि बाबा साहब अंबेडकर ने अजिहा प्रबंध किया सी कि घट गिणतियां दे अधिकारां नू बुलडोजर ना किया जाए। यूनीफॉर्म कोड सही नहीं है। इस दे नाल ही कांग्रेस के संसद मैंबर एल हनुमंथिया ने कहा कि यह बिल देश के सेहतमंद लोकतंत्र लई सही नहीं है। RLD के संसद मैंबर मनोज कुमार चाह ने कहा कि तुसी एक परिवार एक भविख की गल कर रहे हो, इस दे लई तुहाडे घरां दीयां कंधां नूं भी ढाउणा जरूरी है। सारे संसद मैंबरां की गल सुनने तो बाद इस बिल नूं पेश करन लई वोटिंग हुई और बिल पेश किया गया। इस तो बाद वंड पर्ची राही भी वोटिंग करवाई गई। वोटिंग विच 63 वोटां पक्ष विच सन और 23 विरोध विच पईयां। इस तो बाद मता पास किया गया और अंत विच किरोड़ी लाल मीणा ने बिल पेश किया। दस दईए कि निजी कानूनों को खत्म करते हुए यूनीफॉर्म सिविल कोड UCC का मतलब है विआह, तलाक, बच्चों को गोद लैण और जायदाद की वंड वर्गे मामलों में सारे नागरिकों लई एकसार नियम। इसका मतलब है कि भारत में रहने वाले हरेक नागरिक लई इक्को जिहा कानून होवेगा, चाहे वह किसी भी धर्म या जाति का होवे। सुप्रीम कोर्ट ने धार्मिक शोभा यात्रा दौरान सरकार वालों तय दिशा निर्देशों को लागू करने नूं यकीनी बनाउण लई दायर पटीशन ते सुनवाई करन तो इनकार कर दिता। सुप्रीम कोर्ट ने कहा कि असी इस मामले में दखल नहीं देंगे। सुप्रीम कोर्ट ने कहा कि कानून व्यवस्था राज का विषय है। ये पटीशन सिटीजन्स फॉर जस्टिस एंड पीस वालों दायर की गई सी। सिटीजन्स फॉर जस्टिस एंड पीस ने सुप्रीम कोर्ट में पटीशन दायर करते हुए धार्मिक शोभा यात्रा के प्रदर्शन से पाबंदी लगाने की मांग की सी। पटीशन में कहा गया सी कि देश भर में वख-वख धर्मां दीयां शोभा यात्रावां दौरान अजिहियां कई घटनावां वापरियां ने जिन्हां ते पाबंदी लगाई जा सकती है। इससे सुप्रीम कोर्ट ने कहा कि कानून व्यवस्था राज का विषय, पुलिस भी सूबे के अंदर आउंदी है। कश्मीर तो कन्याकुमारी तक स्थिति वखरी है। असी पटीशन में दखल नहीं देवांगे। सुप्रीम कोर्ट ने कहा कि देश में वन सुवन्नता है और हर राज जिला वखरा है। सुप्रीम कोर्ट ने कहा कि असी ये क्यों दिखाना चाहुंदे हां कि धार्मिक त्योहार दंगियां का मौका ने। देश में हो रही चंगियां घटनावां नूं देखिए। देखो महाराष्ट्र में गणेश पूजा दौरान कोई दंगा नहीं हुंदा।
हिमाचल प्रदेश इलेक्शन वॉच एंड एसोसिएशन फॉर डेमोक्रेटिक रिफॉर्म्स HPEW ਅਤੇ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ADR ਦੇ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲਿਆਂ ਵਿੱਚ 93% ਕਰੋੜਪਤੀ ਨੇ ਅਤੇ 41 ਤੇ ਅਪਰਾਧਿਕ ਮਾਮਲੇ ਦਰਜ ਨੇ। ADR ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸਾਰੇ 68 ਜੇਤੂ ਉਮੀਦਵਾਰਾਂ ਦੇ ਹਲਫਨਾਮਿਆਂ ਦੇ ਵਿਸ਼ਲੇਸ਼ਣ ਮਗਰੋਂ ਇਹ ਨਤੀਜਾ ਕੱਢਿਆ। 14ਵੀਂ ਸੂਬਾ ਵਿਧਾਨ ਸਭਾ ਦੇ ਜੇਤੂ ਉਮੀਦਵਾਰਾਂ ਵਿੱਚ ਕਾਂਗਰਸ 40, ਭਾਜਪਾ ਦੇ 25 ਅਤੇ 3 ਆਜ਼ਾਦ ਉਮੀਦਵਾਰ ਸ਼ਾਮਿਲ ਨੇ। ਜੇਤੂ ਉਮੀਦਵਾਰਾਂ ਦੀ ਵਿੱਤੀ ਪ੍ਰੋਫਾਈਲ ਮੁਤਾਬਿਕ ਔਸਤ ਵਿਧਾਇਕ 13.26 ਕਰੋੜ ਰੁਪਏ ਦੀ ਸੰਪत्ति ਦੇ ਮਾਲਕ ਨੇ। ਵਿਸ਼ਲੇਸ਼ਣ ਮੁਤਾਬਿਕ ਕੁੱਲ 68 ਵਿਧਾਇਕਾਂ ਚੋਂ 93% ਜਾਂ ਤਾਂ ਕਰੋੜਪਤੀ ਨੇ ਜਾਂ ਵਿਸ਼ਾਲ ਸਾਮਰਾਜ ਦੇ ਮਾਲਕ ਨੇ। ਜੇਕਰ ਪਾਰਟੀਵਾਰ ਕਰੋੜਪਤੀ ਜਿੱਤਣ ਵਾਲੇ ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ 40 ਚੋਂ 38 ਕਾਂਗਰਸ ਦੇ, 25 ਚੋਂ 22 ਭਾਜਪਾ ਦੇ ਨੇ ਅਤੇ 3 ਆਜ਼ਾਦ ਜਿੱਤਣ ਵਾਲੇ ਉਮੀਦਵਾਰਾਂ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸੰਪत्ति ਦਾ ਐਲਾਨ ਕੀਤਾ। ਹਰ ਚੋਣ ਨਾਲ ਕਰੋੜਪਤੀਆਂ ਦੀ ਐਂਟਰੀ ਵੱਧਦੀ ਜਾਂਦੀ ਹੈ। ਜੇਕਰ ਇਸ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇਸ ਪਹਾੜੀ ਸੂਬੇ ਵਿੱਚ 52 ਕਰੋੜਪਤੀ ਵਿਧਾਇਕ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਪਾਲਾਂ, ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਭਾਰਤ ਦੀ G20 ਦੀ ਪ੍ਰਧਾਨਗੀ ਨਾਲ ਸੰਬੰਧਿਤ ਪੱਖਾਂ ਤੇ ਵਿਚਾਰ ਚਰਚਾ ਕੀਤੀ। ਉਹਨਾਂ ਵੱਲੋਂ ਇਸ ਸੰਬੰਧੀ ਵਰਚੁਅਲੀ ਮੀਟਿੰਗ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਲਈ ਆਪਣੀ ਸਮਰੱਥਾ ਨੂੰ ਦਰਸਾਉਣ ਦਾ ਇਹ ਵਿਲੱਖਣ ਮੌਕਾ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਮਿਲ ਕੇ ਕੰਮ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਖ-ਵੱਖ G20 ਸਮਾਗਮ ਕਰਵਾਉਣ ਲਈ ਸਹਿਯੋਗ ਮੰਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ G20 ਸੰਮੇਲਨਾਂ ਦੌਰਾਨ ਵਿਦੇਸ਼ਾਂ ਤੋਂ ਵੱਡੀ ਗਿਣਤੀ ਮਹਿਮਾਨ ਭਾਰਤ ਆਉਣਗੇ ਅਤੇ ਕੌਮਾਂਤਰੀ ਮੀਡੀਆ ਦੀ ਨਜ਼ਰ ਇਹਨਾਂ ਤੇ ਹੋਵੇਗੀ। ਉਹਨਾਂ ਕਿਹਾ ਕਿ ਸੈਰ ਸਪਾਟਾ ਤੇ ਕਾਰੋਬਾਰੀ ਨਿਵੇਸ਼ ਖਿੱਚਣ ਦਾ ਵੀ ਇਹ ਬਿਹਤਰੀਨ ਮੌਕਾ ਹੈ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਸਰਕਾਰ ਵੱਲੋਂ ਨਵੰਬਰ 2016 ਵਿੱਚ ਨੋਟਬੰਦੀ ਦੇ ਲਏ ਫੈਸਲੇ ਦੀ ਨਖੇਦੀ ਕਰਦਿਆਂ ਦਾਅਵਾ ਕੀਤਾ ਕਿ ਇਸ ਕਦਮ ਨਾਲ ਲੋੜੀਂਦੇ ਟੀਚੇ ਹਾਸਿਲ ਨਹੀਂ ਹੋ ਸਕੇ ਕਿਉਂਕਿ ਨਕਦੀ ਦਾ ਵਹਾਅ ਅਤੇ ਨਕਲੀ ਕਰੰਸੀ ਦਾ ਚਲਨ ਵੱਧ ਗਿਆ। ਕਾਂਗਰਸ ਆਗੂ ਵੱਲੋਂ ਲੋਕ ਸਭਾ ਵਿੱਚ ਦਿੱਤੇ ਗਏ ਬਿਆਨ ਦਾ ਭਾਜਪਾ ਦੇ ਨਿਸ਼ੀਕਾਂਤ ਦੁਬੇ ਨੇ ਢੁਕਵੇਂ ਢੰਗ ਨਾਲ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ RBI ਨੇ ਭ੍ਰਸ਼ਟਾਚਾਰ ਅਤੇ ਦਹਿਸ਼ਤੀ ਕਾਰਵਾਈਆਂ ਲਈ ਮਾਲੀ ਮਦਦ ਦੇ ਖਾਤਮੇ ਲਈ ਇਹ ਵੱਡਾ ਕਦਮ ਚੁੱਕਿਆ ਸੀ ਜੋ ਕਾਂਗਰਸ ਸਰਕਾਰ ਸਮੇਂ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ। ਲੋਕ ਸਭਾ ਵਿੱਚ ਸਿਫਰ ਕਾਲ ਦੌਰਾਨ ਮੁੱਦਾ ਚੁੱਕਦਿਆਂ ਚੌਧਰੀ ਨੇ ਕਿਹਾ ਕਿ ਨਕਦੀ ਦਾ ਵਹਾਅ 2016 ਦੇ 18 ਲੱਖ ਕਰੋੜ ਤੋਂ ਵੱਧ ਕੇ ਮੌਜੂਦਾ ਸਮੇਂ ਵਿੱਚ 31 ਲੱਖ ਕਰੋੜ ਰੁਪਏ ਹੋ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਨਕਲੀ ਕਰੰਸੀ ਅਤੇ ਸਵਿਸ ਬੈਂਕਾਂ ਵਿੱਚ ਜਮ੍ਹਾਂ ਧਨ ਵੀ ਵੱਧ ਗਿਆ ਹੈ। ਨੋਟਬੰਦੀ ਕਾਰਨ ਅਰਥਚਾਰੇ ਦੀ ਸਿਹਤ ਬੁਰੀ ਹਾਲਤ ਵਿੱਚ ਹੈ। ਨੋਟਬੰਦੀ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਨਕਲੀ ਕਰੰਸੀ ਤੇ ਅੱਤਵਾਦ ਰੋਕਣ ਦੇ ਉਦੇਸ਼ ਨਾਲ ਕੀਤੀ ਗਈ ਸੀ, ਪਰ ਇਨ੍ਹਾਂ ਚੋਂ ਨੋਟਬੰਦੀ ਦਾ ਕੋਈ ਵੀ ਉਦੇਸ਼ ਪੂਰਾ ਨਹੀਂ ਹੋ ਸਕਿਆ। ਭਾਜਪਾ ਆਗੂ ਦੁਬੇ ਨੇ ਚੌਧਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ RBI ਨੇ ਅੱਤਵਾਦ, ਕਾਲੇ ਧਨ ਅਤੇ ਨਕਲੀ ਕਰੰਸੀ ਦੇ ਖਾਤਮੇ ਲਈ ਨੋਟਬੰਦੀ ਦਾ ਫੈਸਲਾ ਕੀਤਾ ਸੀ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਭ੍ਰਸ਼ਟਾਚਾਰ ਵਿੱਚ ਸ਼ਾਮਿਲ ਟੁਕੜੇ ਗੈਂਗ ਦਾ ਪੱਖ ਪੂਰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਲਈ ਦਿਵਿਆਂਗ ਭੱਤਾ ਮੁੜ ਬਹਾਲ ਕਰ ਦਿੱਤਾ ਹੈ। ਇਸ ਫੈਸਲੇ ਨਾਲ 11,000 ਦਿਵਿਆਂਗ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਪਿਛਲੇ ਹਫਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸੰਬੰਧੀ ਲਈ ਫੈਸਲੇ ਦਾ ਐਲਾਨ ਕੀਤਾ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਪ੍ਰਵਾਨਗੀ ਵੀ ਮਿਲ ਗਈ ਸੀ। ਇਹ ਫੈਸਲਾ ਜਨਵਰੀ 2023 ਤੋਂ ਲਾਗੂ ਹੋਵੇਗਾ। ਇਸ ਫੈਸਲੇ ਤਹਿਤ ਦਿਵਿਆਂਗ ਕਰਮਚਾਰੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿਵਿਆਂਗ ਭੱਤਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦਿਆਂ ਇਸ ਭੱਤੇ ਤੇ ਰੋਕ ਲਗਾ ਦਿੱਤੀ ਸੀ, ਜਿਸ ਸੰਬੰਧੀ ਵੱਖ-ਵੱਖ ਤਨਖਾਹਾਂ ਵਾਲੇ ਮੁਲਾਜ਼ਮਾਂ ਵੱਲੋਂ ਵਾਰ-ਵਾਰ ਮੰਗਾਂ ਉਠਾਈਆਂ ਜਾ ਰਹੀਆਂ ਸਨ। ਇਸ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਇਹ ਵੀ ਫੈਸਲਾ ਕੀਤਾ ਕਿ ਹੁਣ 40% ਦਿਵਿਆਂਗ ਸਰਕਾਰੀ ਕਰਮਚਾਰੀ ਆਪਣੇ ਗ੍ਰਹਿ ਖੇਤਰ ਵਿੱਚ ਟ੍ਰਾਂਸਫਰ ਕਰਵਾ ਸਕਣਗੇ। ਪਹਿਲਾਂ ਇਹ ਸੀਮਾ 60% ਦਿਵਿਆਂਗਤਾ ਦੀ ਸੀ। ਇਸ ਫੈਸਲੇ ਨਾਲ ਦਿਵਿਆਂਗ ਕਰਮਚਾਰੀਆਂ ਨੂੰ ਵੀ ਆਪਣੇ ਘਰਾਂ ਦੇ ਨੇੜੇ ਨੌਕਰੀ ਦਾ ਮੌਕਾ ਮਿਲੇਗਾ ਅਤੇ ਉਹਨਾਂ ਨੂੰ ਲੰਮੇ ਸਫ਼ਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਸਰਕਾਰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਬੇਸਹਾਰਾ ਬੱਚਿਆਂ ਲਈ ਕਈ ਕਦਮ ਚੁੱਕ ਰਹੀ ਹੈ। ਇਸ ਲੜੀ ਤਹਿਤ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ 15 ਹੋਮ ਚਲਾਏ ਜਾ ਰਹੇ ਨੇ। ਇੱਥੇ 441 ਬੱਚਿਆਂ ਨੂੰ ਰਿਹਾਇਸ਼, ਸਿਹਤ ਅਤੇ ਸਿੱਖਿਆ ਮੁਫਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ 824 ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਵਿੱਚ 7 ਬਾਲ ਘਰ, 4 ਆਬਜ਼ਰਵੇਸ਼ਨ ਹੋਮ, 2 ਸਪੈਸ਼ਲ ਹੋਮ ਅਤੇ 2 ਸਟੇਟ ਆਫ ਕੇਅਰ ਹੋਮ ਸ਼ਾਮਿਲ ਨੇ।
ਇਨ੍ਹਾਂ ਵਿੱਚ 441 ਬੱਚੇ ਰਹਿ ਰਹੇ ਨੇ ਅਤੇ ਰਾਜ ਸਰਕਾਰ ਦੀਆਂ ਰਿਹਾਇਸ਼, ਸਿਹਤ ਅਤੇ ਸਿੱਖਿਆ ਆਦਿ ਸਹੂਲਤਾਂ ਦਾ ਲਾਭ ਲੈ ਰਹੇ ਨੇ। ਇਨ੍ਹਾਂ ਵਿੱਚ ਬੇਸਹਾਰਾ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸ਼ਾਮਿਲ ਨੇ। ਬੱਚਿਆਂ ਨੂੰ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ 2000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਸਰਕਾਰ ਅਜਿਹੇ ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇ ਰਹੀ ਹੈ ਜੋ ਅਨਾਥ ਨੇ ਜਾਂ ਜਿਨ੍ਹਾਂ ਦੇ ਮਾਤਾ ਜਾਂ ਪਿਤਾ ਉਹਨਾਂ ਦੇ ਨਾਲ ਨੇ ਅਤੇ ਉਹ ਗਰੀਬ ਪਰਿਵਾਰਾਂ ਨਾਲ ਜੁੜੇ ਨੇ। ਝਾਰਖੰਡ ਦੇ ਸਿੰਘਭੂਮ ਜ਼ਿਲ੍ਹੇ ਵਿੱਚ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਤਿਰੰਗੇ ਝੰਡੇ ਦੇ ਟੁਕੜੇ ਕੀਤੇ ਜਾਣ ਅਤੇ ਇਸ ਨਾਲ ਜਮਾਤ ਵਿੱਚ ਕੁਰਸੀ, ਮੇਜ਼ ਅਤੇ ਬਲੈਕ ਬੋਰਡ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦੇ ਵਿਰੋਧ ਮਗਰੋਂ ਪੁਲਿਸ ਨੇ ਮੁੱਖ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮ ਦੀ ਪਛਾਣ ਸ਼ਫਕ ਇਕਬਾਲ ਵਜੋਂ ਹੋਈ ਹੈ। ਇਹ ਘਾਟਸ਼ਿਲਾ ਵਿੱਚ ਬੋਰਡ ਮਿਡਲ ਸਕੂਲ ਦਾ ਮੁੱਖ ਅਧਿਆਪਕ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਵੱਡੀ ਗਿਣਤੀ ਲੋਕਾਂ ਨੇ ਸਕੂਲ ਨੂੰ ਬੰਦ ਕਰ ਦਿੱਤਾ। ਸਿੱਖਿਆ ਵਿਭਾਗ ਨੇ ਤਿਰੰਗੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਮੁੱਖ ਅਧਿਆਪਕ ਨੂੰ ਬਰਖਾਸਤ ਕਰ ਦਿੱਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੁੱਖ ਅਧਿਆਪਕ ਨੇ ਜਮਾਤ ਨੂੰ ਪੜ੍ਹਾਉਂਦੇ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ। ਬੱਚਿਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸਕੂਲ ਵਿੱਚ ਪ੍ਰਦਰਸ਼ਨ ਕੀਤਾ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਬਸਕ੍ਰਾਈਬ ਕਰੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।